ਆਪਾਂ ਫੋਰਮ ਫਿਲ ਕਰਾਂਗੇ। ਜਿਹੜੀ ਇਹਦੀ ਵੈਬਸਾਈਟ ਹੈ www.educationrecruitmentboard.com 'ਤੇ ਇਹਦੇ 'ਤੇ ਜਾ ਕੇ ਆਪਾਂ ਆਪਣਾ ਫੋਰਮ ਫਿਲ ਕਰਾਂਗੇ। ਉਸ ਤੋਂ ਬਾਅਦ ਆਪਾਂ ਰਜਿਸਟ੍ਰੇਸ਼ਨ ਕਰਾਂਗੇ। ਰਜਿਸਟ੍ਰੇਸ਼ਨ ਦੇ ਪੋਰਟਲ 'ਤੇ ਜਾ ਕੇ ਆਪਾਂ ਆਪਣਾ ਸਾਰੀ ਡਿਟੇਲ ਫਿਲ ਕਰਾਂਗੇ, ਜਿਹਦੇ ਵਿੱਚ ਉਹਦੇ ਵਿੱਚ ਆਪਣਾ ਨੇਮ, ਫਾਦਰ ਨੇਮ, ਆਪਣਾ ਜੋ ਵੀ ਆਪਣੀ ਫੁੱਲ ਇਨਫੋਰਮੇਸ਼ਨ ਹੈ ਉਹ ਫਿਲ ਕਰਾਂਗੇ ਅਤੇ ਆਪਾਂ ਪੋਰਟਲ 'ਤੇ ਆਪਣੀ ID ਬਣਾ ਪਾਵਾਂਗੇ, ਬਣ ਜਾਏਗੀ ਆਪਣੀ। ਉਸ ਤੋਂ ਬਾਅਦ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਕੋਈ ਵੀ ਜਿਹੜੀ ਇਨਫੋ ਐਡਿਟ ਨਹੀਂ ਕੀਤੀ ਜਾ ਸਕਦੀ, ਮਤਲਬ ਕਿ ਦੁਬਾਰਾ ਉਹਦੇ ਵਿੱਚ ਕੋਈ ਚੇਂਜਿਸ ਨਹੀਂ ਕੀਤੇ ਜਾ ਸਕਦੇ। ਇੱਕ ਵਾਰੀ ਜੋ ਫਿਲ ਹੋ ਗਿਆ, ਜੋ ਆਪਾਂ ਅਪਲੋਡ ਕਰਤਾ, ਉਹਨੂੰ ਡਨ ਕਰਤਾ, ਉਸ ਤੋਂ ਬਾਅਦ ਉਹਦੇ ਵਿੱਚ ਕੋਈ ਚੇਂਜਿਸ ਹਜੇ ਤੱਕ ਤਾਂ ਇਹੀ ਕਹਿ ਰਹੇ ਕਿ ਉਹਦੇ ਵਿੱਚ ਕੋਈ ਚੇਂਜਿਸ ਦਾ ਗੁੰਜਾਇਸ਼ ਨਹੀਂ ਹੋਏਗੀ। ਬਟ ਬਾਕੀ ਅਗਰ ਕੁਛ ਹੋਰ ਇਨਫੋ ਆ ਜਾਏ ਤਾਂ ਉਹਦੇ ਬਾਰੇ ਆਪਾਂ ਕੁਛ ਕਹਿ ਨਹੀਂ ਸਕਦੇ, ਬਾਅਦ ਦੀ ਗੱਲ ਹੈ। ਉਸ ਤੋਂ ਬਾਅਦ ਆਪਾਂ ਜਿਹੜੀ ਫੋਰਮ ਦੀ ਫੀ ਫਿਲ ਕਰਨੀ ਹੈ, ਮਤਲਬ ਇੱਕ ਪਾਸਵਰਡ ਕ੍ਰੀਏਟ ਕਰਨਾ ਹੈ, ਫੋਰਮ ਫਿਲ ਕਰਨਾ ਹੈ, ਸਾਰਾ ਇੱਕ ਪ੍ਰੋਸੈਸ ਜਿਹੜਾ ਔਨਲਾਈਨ ਹੋਏਗਾ। ਐਪਲੀਕੇਸ਼ਨ ਫੀਸ ਆਪਾਂ ਔਨਲਾਈਨ ਥਰੂ ਪੇ ਕਰ ਸਕਦੇ ਹਾਂ। ਫੀਸ ਕਨਫਰਮ ਹੋਣ ਤੋਂ ਬਾਅਦ ਮਤਲਬ ਆਪਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ ਆਪਣਾ ਪ੍ਰਿੰਟ ਆਊਟ ਲੈ ਲੈਣਾ, ਕੋਈ ਵੀ ਮਤਲਬ ਆਪਣੇ ਕੋਲ ਪ੍ਰੂਫ ਹੋਵੇ ਕਿ ਆਪਾਂ ਇਸ ਫੋਰਮ ਲਈ ਅਪਲਾਈ ਕੀਤਾ ਹੈ। ਇਸ ਦੇ ਚੋਣ ਦੇ ਜਿਹੜੇ ਹੁਣ ਢੰਗ ਆ ਉਹਨਾਂ ਬਾਰੇ ਆਪਾਂ ਦੇਖਦੇ ਹਾਂ। ਇਸ ਵਿੱਚ ਇੱਕ 100 ਨੰਬਰ ਦਾ ਰਿਟਨ ਪੇਪਰ ਹੋਏਗਾ, ਜਿਹੜਾ ਕਿ ਹਰੇਕ ਕੈਟਾਗਰੀ ਵਾਈਜ਼ ਡਿਵਾਈਡ ਕੀਤਾ ਹੈ। ਉਹ ਕੈਟਾਗਰੀ ਵਾਈਜ਼ ਜਿਹੜੀ ਡਿਵੀਜ਼ਨ ਹੋਈ ਹੈ, ਉਹਨਾਂ ਨੇ ਕਿਸ ਨੂੰ ਦਿੱਤੀਆਂ ਪੋਸਟਾਂ ਦਿੱਤੀਆਂ, ਲੇਡੀਜ਼ ਦੀਆਂ ਕਿੰਨੀਆਂ, ਜਰਨਲ ਦੀਆਂ ਕਿੰਨੀਆਂ, SC BC ਫੌਜ ਕਾ ਕੈਟੇਗਰੀ, ਮਤਲਬ ਫੌਜ ਜੋ ਹੈ ਇੱਦਾਂ ਦੀ ਕੈਟੇਗਰੀਆਂ, ਮਤਲਬ ਹਰੇਕ ਤੋਂ ਇੱਕ ਦਿੱਤੀਆਂ ਉਹਨਾਂ ਨੇ ਆਪਣੀਆਂ ਸੀਟਸ। ਉਹ ਸੀਟਸ ਦੀ ਆਪਾਂ ਅੱਗੇ ਗੱਲ ਕਰਾਂਗੇ। ਇਹਦੇ ਵਿੱਚ ਇੱਕ ਰਿਟਨ ਪੇਪਰ ਹੋਏਗਾ, ਜਿਹੜਾ ਰਿਟਨ ਪੇਪਰ ਹੋਏਗਾ ਉਹਦੇ ਆਧਾਰ 'ਤੇ ਮੈਰਿਟ ਬਣੇਗੀ। ਮੈਰਿਟ ਦੇ ਆਧਾਰ 'ਤੇ ਭਰਤੀ ਕੀਤੀ ਜਾਵੇਗੀ। ਉਸ ਤੋਂ ਬਾਅਦ ਜਿਵੇਂ ਇਹਦੀ ਯੋਗਤਾ ਕੀ ਹੋਏਗੀ, ਪਹਿਲੇ ਦਰਜੇ ਵਿੱਚ 5 ਅੰਕ ਮਿਲਣਗੇ, ਜਿਨ੍ਹਾਂ ਦੀ ਗ੍ਰੈਜੂਏਸ਼ਨ ਫਸਟ ਮਤਲਬ 60% ਨਾਲ ਕੀਤੀ ਹੈ ਉਹਨਾਂ ਨੂੰ 5 ਨੰਬਰ ਮਿਲਣਗੇ। ਜਿਨ੍ਹਾਂ ਦੇ ਸੈਕਿੰਡ ਦਰਜੇ 'ਤੇ ਹੈ, ਸੈਕਿੰਡ ਡਿਵੀਜ਼ਨ ਹੈ, ਉਹਨਾਂ ਨੂੰ 3 ਮਿਲਣਗੇ। ਜਿਹੜੇ ਤੀਜੇ ਦਰਜੇ 'ਤੇ ਉਹਨਾਂ ਨੂੰ 2 ਅੰਕ ਮਿਲਣਗੇ। ਇਹਨਾਂ ਨੇ ਆਪਣੀ ਜਿਹੜੀ ਇਹਦੀ ਡਿਵੀਜ਼ਨ ਹੈ ਉਹ ਆਪਣੇ ਅਕੋਰਡਿੰਗ ਸਾਰੀ ਸੈੱਟ ਕੀਤੀ ਹੋਈ ਹੈ ਕਿ ਕਿਹਨੂੰ ਕਿੰਨੇ ਮਾਰਕਸ ਦੇਣੇ ਹੈ। ਉਸ ਦੇ ਬਿਹਾਫ 'ਤੇ ਫਿਰ ਮੈਰਿਟ ਬਣੇਗੀ, ਫਿਰ ਉਹਦਾ ਅੱਗੇ ਮਤਲਬ ਮੈਰਿਟ ਬਣਨ ਤੋਂ ਬਾਅਦ ਰੱਖਿਆ ਜਾਏਗਾ ਕੈਂਡੀਡੇਟਸ ਨੂੰ। ਅਸਾਮੀਆਂ ਦਾ ਪੇ ਸਕੇਲ ਕੀ ਹੋਏਗਾ, ਪੰਜਾਬ ਸਰਕਾਰ ਸਕੂਲ ਵਿਭਾਗ ਵੱਲੋਂ ਨੋਟੀਫਿਕੇਸ਼ਨ ਨੰਬਰ ਮਿਤੀ 21/10/2020 ਦੇ ਅਨੁਸਾਰ ਇਸ ਦੀ ਪੇ ਸਕੇਲ 29,200 ਅਨੁਸਾਰ ਹੋਏਗਾ। ਅਤੇ ਇਹਦੇ ਵਿੱਚ ਜਿਹੜੀ ਉਮਰ ਦੀ ਸੀਮਾ ਹੈ ਉਹ ਹੈਗੀ ਹੈ 18 ਤੋਂ 37 ਸਾਲ। ਅਤੇ ਪੰਜਾਬ ਰਾਜ ਦੇ ਅਨੁਸੂਚਿਤ ਜਾਤੀਆਂ ਅਤੇ ਪਿਛੜੀ ਸ਼੍ਰੇਣੀ ਦੇ ਉਮੀਦਵਾਰਾਂ ਦੀ ਉੱਪਰਲੀ ਉਮਰ ਸੀਮਾ ਦੀ ਹੱਦ 5 ਸਾਲ ਦੀ ਛੋਟ ਹੋਵੇਗੀ। ਪੰਜਾਬ ਹੋਰ ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੀ ਉੱਪਰਲੀ ਸੀਮਾ ਦੀ ਹੱਦ 45 ਸਾਲ ਹੋਵੇਗੀ। ਪੰਜਾਬ ਰਾਜ ਦੀਆਂ ਵਿਧਵਾ ਅਤੇ ਤਲਾਕਸ਼ੁਦਾ ਔਰਤਾਂ ਦੀ ਉਮਰੀ ਸੀਮਾ 42 ਸਾਲ ਹੈ, ਮਤਲਬ ਕਿ ਜਿਹੜੀਆਂ ਲੇਡੀਜ਼ ਤਲਾਕ ਹੋਇਆ ਵਾ ਜਾਂ ਜਿਨ੍ਹਾਂ ਦੇ ਹਸਬੈਂਡ ਨਹੀਂ ਹੈ ਉਹਨਾਂ ਨੂੰ 42 ਸਾਲ ਦੀ ਛੂਟ ਦਿੱਤੀ ਹੈ ਸਰਕਾਰ ਨੇ। ਪੰਜਾਬ ਦੇ ਵਸਨੀਕ ਵਿਕਲਾਂਗ ਮਤਲਬ ਜਿਹੜੇ ਹੈਂਡੀਕੈਪਡ ਹੈ ਉਹਨਾਂ ਨੂੰ ਵੀ 10 ਸਾਲ ਦੀ ਉਮਰ ਦੀ ਛੋਟ ਦਿੱਤੀ ਗਈ ਹੈ ਜਾਵੇਗੀ। ਪੰਜਾਬ ਦੇ ਸਾਬਕਾ ਫੌਜੀਆਂ ਵੱਲੋਂ ਉਹਨਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਹਨਾਂ ਦੀ ਉਮਰ ਵਿੱਚ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਅਨੁਸਾਰ ਅਸਾਮੀਆਂ ਦੀ ਉੱਪਰੀ ਸੀਮਾ ਤੋਂ 3 ਸਾਲ ਵੱਧ ਹੋਵੇਗੀ ਤਾਂ ਉਹਨਾਂ ਦੀ ਉਮਰ ਸੀਮਾ ਦੀਆਂ ਸ਼ਰਤਾਂ ਨੂੰ ਸੰਤੁਸ਼ਟੀ ਦੇਣੀ ਪਵੇਗੀ। ਉਸ ਤੋਂ ਬਾਅਦ ਇਹਨਾਂ ਦੀ ਹੁਣ ਫੀਸ ਦਾ ਪ੍ਰੋਸੈਸ ਕੀ ਹੈ। ਜਰਨਲ ਅਤੇ ਹੋਰ ਕੈਟਾਗਰੀ ਦੇ ਜਿਹੜੇ ਉਮੀਦਵਾਰ ਹੈ, ਜਿਹੜੇ ਜਰਨਲ ਵਿੱਚ ਹੀ ਆ ਜਾਂਦੇ ਹੈ, ਉਹਨਾਂ ਦੀ 1000 ਰੁਪਈਆ। ਰਿਜ਼ਰਵ ਕੈਟਾਗਰੀ ਜਿਵੇਂ SC BC ਹੈ ਉਹਨਾਂ ਦੀ ਫੀਸ ਹੈਗੀ 500 ਰੁਪਈਆ। ਅਤੇ ਸਾਬਕਾ ਫੌਜੀਆਂ ਨੂੰ ਕੋਈ ਫੀਸ ਨਹੀਂ, ਜੇ ਉਹ ਖੁਦ ਨੇ ਅਤੇ ਉਹਨਾਂ ਦੀ ਕੋਈ ਫੀਸ ਨਹੀਂ ਹੈਗੀ। ਉਸ ਤੋਂ ਬਾਅਦ ਵਿੱਦਿਅਕ ਯੋਗਤਾ, ਇਹ ਅਸਾਮੀਆਂ ਦਾ ਪੰਜਾਬ ਐਲੀਮੈਂਟ ਐਜੂਕੇਸ਼ਨ, ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਆਪਣਾ ਕੀ ਕਹਿੰਦੇ ਹੈ
ਟੈਟ ਹੈ ਉਹ ਕਲੀਅਰ ਹੋਣਾ ਚਾਹੀਦਾ, ਠੀਕ ਹੈ। ਜੇ ਅਗਰ ਟੈਟ ਕਲੀਅਰ ਹੈ, ਈਟੀਟੀ ਹੈ ਬੰਦਾ, ਤੇ ਫਿਰ ਹੀ ਉਹ ਇਹ ਫੋਰਮ ਫਿਲ ਕਰ ਸਕਦਾ ਹੈ। ਸ਼ੁੱਡ ਹੈਵ ਪਾਸਡ +2 ਫਰੋਮ ਏ ਰੈਕੋਗਨਾਈਜ਼ਡ ਬੋਰਡ ਔਰ ਇੰਸਟੀਟਿਊਸ਼ਨ। ਮਤਲਬ ਜਿਹੜੇ ਬੰਦੇ ਨੇ, ਜਿਹੜਾ ਕੈਂਡੀਡੇਟ ਫੋਰਮ ਫਿਲ ਕਰਨ ਜਾ ਰਿਹਾ ਉਹ ਉਸਦੀ +2 ਹੈ ਜਿਹੜੀ ਉਹ ਰਿਪਿਊਟਿਡ ਕਿਸੇ ਇੰਸਟੀਟਿਊਟ ਤੋਂ ਹੋਣੀ ਚਾਹੀਦੀ ਹੈ, ਰਿਪਿਊਟਿਡ ਬੋਰਡ ਜਿਵੇਂ PSCB, CBSE, ICSE, ਰਿਪਿਊਟਿਡ ਬੋਰਡਸ ਹੈ, ਇਹਨਾਂ ਤੋਂ ਹੋਵੇ। ਅਤੇ ਮਤਲਬ ਕੋਈ ਰਿਪਿਊਟਿਡ ਉਹਦਾ ਕੋਈ ਰੈਕੋਗਨਾਈਜ਼ਡ ਹੋਵੇ, ਇੱਦਾਂ ਨਹੀਂ ਆਪਾਂ ਜਿੱਥੇ ਮਰਜ਼ੀ ਕਰ ਲਈਏ। ਉਸ ਤੋਂ ਬਾਅਦ ਸਟੂਡੈਂਟ ਦੀ ਐਲੀਮੈਂਟਰੀ ਹੈ ਜਿਹੜੀ ETT ਕੀਤੀ ਹੋਣੀ ਚਾਹੀਦੀ ਹੈ, 2 ਈਅਰ ਡਿਪਲੋਮਾ ਕੀਤਾ ਹੋਇਆ ਹੈ, ਜਾਂ DLED ਜਾਂ ਫਿਰ ETT ਜਿਹੜੀ ਹੈ ਉਹ ਵੀ ਕਿਤੇ ਰਿਪਿਊਟਿਡ ਇੰਸਟੀਟਿਊਟ ਜਾਂ ਯੂਨੀਵਰਸਿਟੀ ਤੋਂ ਕੀਤੀ ਹੋਣੀ ਚਾਹੀਦੀ ਹੈ। ਇਹ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਸਟੂਡੈਂਟਸ ਦਾ ਟੈਟ 2009 ਅਨੁਸਾਰ ਰਾਈਟ ਟੂ ਐਜੂਕੇਸ਼ਨ ਐਕਟ 2009 ਦੇ ਅਕੋਰਡਿੰਗ ਪਾਸ ਹੋਣਾ ਚਾਹੀਦਾ। ਉਸ ਤੋਂ ਬਾਅਦ ਹੁਣ ਆਪਾਂ ਦੇਖਾਂਗੇ ਕੈਟੇਗਰੀ ਵਾਈਜ਼ ਡਿਵੀਜ਼ਨ ਜਿਹੜੀ ਉਹਨਾਂ ਦੀ। ਜਰਨਲ ਕੈਟੇਗਰੀ ਦੀਆਂ ਜਿਹੜੀਆਂ ਆਈਆਂ ਇਹਦੇ 'ਚ ਪੋਸਟਾਂ 2517, ਜਿਹਦੇ ਵਿੱਚੋਂ ਔਰਤਾਂ ਦੇ ਲਈ 704। ਹਾਂਜੀ, 2517 ਹੈਗੀਆਂ ਜਰਨਲ ਕੈਟੇਗਰੀ ਨੂੰ, ਉਹਦੇ ਵਿੱਚੋਂ 704 ਹੈਗੀਆਂ ਲੇਡੀਜ਼ ਨੂੰ। ਅਨੁਸੂਚਿਤ ਜਾਤੀਆਂ ਨੂੰ 599, ਜਿਹਦੇ ਵਿੱਚ ਲੇਡੀਜ਼ ਦੀਆਂ ਹੈਗੀਆਂ 233। ਅਨੁਸੂਚਿਤ ਜਾਤੀ R ਤੇ O 599, ਅਤੇ ਜਿਹਦੇ ਵਿੱਚ ਲੇਡੀਜ਼ ਦੀਆਂ ਹੈਗੀਆਂ 233। ਅਨੁਸੂਚਿਤ ਜਾਤੀ ਸਾਬਤਾ ਫੌਜੀ, ਇਹਨਾਂ ਦੀ 119, ਅਤੇ ਜਿਹਦੇ ਵਿੱਚ ਲੇਡੀਜ਼ ਦੀ ਕੋਈ ਨਹੀਂ ਹੈਗੀ। ਫਿਰ ਅਨੁਸੂਚਿਤ ਜਾਤੀ ਸਾਬਕਾ ਫੌਜੀ ਦੀਆਂ R ਤੇ O 113, ਲੇਡੀਜ਼ ਦੀ ਕੋਈ ਵੀ ਨਹੀਂ। ਅਨੁਸੂਚਿਤ ਜਾਤੀ ਖਿਡਾਰੀ ਹੈ, ਅਗਰ ਕੋਈ ਖਿਡਾਰੀ ਦੀਆਂ 23 ਹੈ, ਲੇਡੀਜ਼ ਵਾਸਤੇ ਕੁਛ ਵੀ ਨਹੀਂ ਇਹਦੇ 'ਚ ਹੈਗਾ। ਅਨੁਸੂਚਿਤ ਜਾਤੀ ਖਿਡਾਰੀਆਂ ਫਿਰ ਅਗਰ ਅਸਾਮੀਆਂ ਹੈਗੀਆਂ 23, ਲੇਡੀਜ਼ ਦੀ ਕੋਈ ਵੀ ਨਹੀਂ। ਪਿਛੜੀਆਂ ਜਾਤੀਆਂ, ਪਿਛੜੀਆਂ ਸ਼੍ਰੇਣੀਆਂ ਜਿਵੇਂ ਉਹਨਾਂ ਵਿੱਚ 539, ਜਿਹਦੇ ਵਿੱਚੋਂ ਲੇਡੀਜ਼ ਦੀ ਹੈਗੀਆਂ 210। ਪਿਛੜੀ ਸ਼੍ਰੇਣੀ ਸਾਬਕਾ ਫੌਜੀ 119, ਲੇਡੀਜ਼ ਦੀ ਕੋਈ ਵੀ ਨਹੀਂ ਹੈਗੀ 0। ਖਿਡਾਰੀ ਦੀ, ਜਨਰਲ ਖਿਡਾਰੀ ਦੀ 119, ਜਿਹਦੇ ਵਿੱਚੋਂ ਲੇਡੀਜ਼ ਦੀਆਂ ਹੈਗੀਆਂ 59। ਆਜ਼ਾਦੀ ਘੁਲਾਟੀਏ 53, ਜਿਹਦੇ ਵਿੱਚੋਂ ਲੇਡੀਜ਼ ਦੀਆਂ ਹੈਗੀਆਂ 27। ਸਾਬਕਾ ਫੌਜੀ 419, ਜਿਹਦੇ ਵਿੱਚੋਂ ਲੇਡੀਜ਼ ਦੀਆਂ ਹੈਗੀਆਂ 238। ਅੰਗਹੀਨ ਮਤਲਬ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ। ਔਰਥੋਪੈਡਿਕਲ ਡਿਸਏਬਲ 59, ਲੇਡੀਜ਼ ਦੀਆਂ 14। ਇੰਟੈਕਚੁਅਲ ਡਿਸੇਬਿਲਿਟੀ 53, ਲੇਡੀਜ਼ ਦੀਆਂ 13। ਔਟਿਜ਼ਮ ਐਂਡ 1% ਸਪੈਸੀਫਿਕ ਲਰਨਿੰਗ 53, ਲੇਡੀਜ਼ ਦੀਆਂ ਸੇਮ 13। ਡਿਸੇਬਿਲਿਟੀ ਐਂਡ ਮੈਂਟਲੀ ਇਲਨੈਸ 53, ਲੇਡੀਜ਼ ਦੀਆਂ ਫਿਰ 13। ਇਕਨੋਮਿਕਲੀ ਵੀਕਰ ਸੈਕਸ਼ਨ 539, ਲੇਡੀਜ਼ ਦੀਆਂ ਹੈਗੀਆਂ 162। ਅਤੇ ਇਕਨੋਮਿਕਲੀ ਵੀਕਰ ਇਹ ਜਰਨਲ ਕੈਟੇਗਰੀ 'ਚ ਆ ਗਏ ਜਿਹੜੇ 539, ਅਤੇ ਲੇਡੀਜ਼ ਦੀਆਂ 162, ਅਤੇ ਟੋਟਲ ਹੈਗੀਆਂ ਜਿਹੜੀਆਂ 5994, ਅਤੇ ਲੇਡੀਜ਼ ਦੀਆਂ ਹੈਗੀਆਂ 1919। ਅਗਰ ਤੁਹਾਨੂੰ ਹੋਰ ਇਨਫੋਰਮੇਸ਼ਨ ਤੁਸੀਂ ਇਸ ਰਿਗਾਰਡਿੰਗ ਕੋਈ ਲੈਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰੀ ਜਿਹੜੀ ਅੱਜ ਦੀ ਵੀਡੀਓ ਹੈ ETT ਦੀ 5934 ਦੀ ਜਿਹੜੀ ਐਡਵਰਟਾਈਜ਼ਮੈਂਟ ਸੀ ਉਹਦੇ 'ਤੇ ਆਉਣ ਵਾਲੇ ਨੋਟੀਫਿਕੇਸ਼ਨ 'ਤੇ ਹੈ ਕਿ ਕਿਸ ਤਰ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਹੋਵੇਗਾ, ਜਿਹੜਾ ਕਿ ਮਤਲਬ 5934 ਦਾ। ਸਭ ਤੋਂ ਪਹਿਲਾਂ ਆਪਾਂ ਇਹ 'ਚ ਦੇਖਦੇ ਹਾਂ ਕਿ ਆਪਾਂ ਇਹਦੀ ਜਿਹੜੀ ਵੈਬਸਾਈਟ ਹੈ, ਕਿਹੜੀ ਵੈਬਸਾਈਟ 'ਤੇ ਜਾ ਕੇ ਆਪਾਂ ਫੋਰਮ ਫਿਲ ਕਰਾਂਗੇ। ਜਿਹੜੀ ਇਹਦੀ ਵੈਬਸਾਈਟ ਹੈ www.educationrecruitmentboard.com 'ਤੇ, ਇਹਦੇ 'ਤੇ ਜਾ ਕੇ ਆਪਾਂ ਆਪਣਾ ਫੋਰਮ ਫਿਲ ਕਰਾਂਗੇ। ਉਸ ਤੋਂ ਬਾਅਦ ਆਪਾਂ ਰਜਿਸਟ੍ਰੇਸ਼ਨ ਕਰਾਂਗੇ। ਰਜਿਸਟ੍ਰੇਸ਼ਨ ਦੇ ਪੋਰਟਲ 'ਤੇ ਜਾ ਕੇ ਆਪਾਂ ਆਪਣਾ ਸਾਰੀ ਡਿਟੇਲ ਫਿਲ ਕਰਾਂਗੇ, ਜਿਹਦੇ ਵਿੱਚ ਉਹਦੇ ਵਿੱਚ ਆਪਣਾ ਨੇਮ, ਫਾਦਰ ਨੇਮ, ਆਪਣਾ ਜੋ ਵੀ ਆਪਣੀ ਫੁੱਲ ਇਨਫੋਰਮੇਸ਼ਨ ਹੈ ਉਹ ਫਿਲ ਕਰਾਂਗੇ, ਅਤੇ ਆਪਾਂ ਪੋਰਟਲ 'ਤੇ ਆਪਣੀ ID ਮਤਲਬ
ਬਣ ਜਾਏਗੀ ਆਪਣੀ। ਉਸ ਤੋਂ ਬਾਅਦ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਕੋਈ ਵੀ ਜਿਹੜੀ ਇਨਫੋ ਐਡਿਟ ਨਹੀਂ ਕੀਤੀ ਜਾ ਸਕਦੀ, ਮਤਲਬ ਕਿ ਦੁਬਾਰਾ ਉਹਦੇ ਵਿੱਚ ਕੋਈ ਚੇਂਜਿਸ ਨਹੀਂ ਕੀਤੇ ਜਾ ਸਕਦੇ। ਇੱਕ ਵਾਰੀ ਜੋ ਫਿਲ ਹੋ ਗਿਆ, ਜੋ ਆਪਾਂ ਅਪਲੋਡ ਕਰਤਾ, ਉਹਨੂੰ ਡਨ ਕਰਤਾ, ਉਸ ਤੋਂ ਬਾਅਦ ਉਹਦੇ ਵਿੱਚ ਕੋਈ ਚੇਂਜਿਸ ਹਜੇ ਤੱਕ ਤਾਂ ਇਹੀ ਕਹਿ ਰਹੇ ਕਿ ਉਹਦੇ ਵਿੱਚ ਕੋਈ ਚੇਂਜਿਸ ਦਾ ਗੁੰਜਾਇਸ਼ ਨਹੀਂ ਹੋਏਗੀ। ਬਟ ਬਾਕੀ ਅਗਰ ਕੁਛ ਹੋਰ ਇਨਫੋ ਆ ਜਾਏ ਤਾਂ ਉਹਦੇ ਬਾਰੇ ਆਪਾਂ ਕੁਛ ਕਹਿ ਨਹੀਂ ਸਕਦੇ, ਬਾਅਦ ਦੀ ਗੱਲ ਹੈ। ਉਸ ਤੋਂ ਬਾਅਦ ਆਪਾਂ ਜਿਹੜੀ ਫੋਮ ਦੀ ਫੀ ਫਿਲ ਕਰਨੀ ਹੈ, ਮਤਲਬ ਇੱਕ ਪਾਸਵਰਡ ਕ੍ਰੀਏਟ ਕਰਨਾ ਹੈ, ਫੋਮ ਫਿਲ ਕਰਨਾ ਹੈ, ਸਾਰਾ ਇੱਕ ਪ੍ਰੋਸੈਸ ਜਿਹੜਾ ਔਨਲਾਈਨ ਹੋਏਗਾ। ਐਪਲੀਕੇਸ਼ਨ ਫੀਸ ਆਪਾਂ ਔਨਲਾਈਨ ਥਰੂ ਪੇ ਕਰ ਸਕਦੇ ਹਾਂ। ਫੀਸ ਕਨਫਰਮ ਹੋਣ ਤੋਂ ਬਾਅਦ ਮਤਲਬ ਆਪਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ ਆਪਣਾ ਪ੍ਰਿੰਟ ਆਊਟ ਲੈ ਲੈਣਾ, ਕੋਈ ਵੀ ਮਤਲਬ ਆਪਣੇ ਕੋਲ ਪ੍ਰੂਫ ਹੋਵੇ ਕਿ ਆਪਾਂ ਇਸ ਫੋਮ ਲਈ ਅਪਲਾਈ ਕੀਤਾ ਹੈ। ਇਸ ਦੇ ਚੋਣ ਦੇ ਜਿਹੜੇ ਹੁਣ ਢੰਗ ਆ ਉਹਨਾਂ ਬਾਰੇ ਆਪਾਂ ਦੇਖਦੇ ਹਾਂ। ਇਸ ਵਿੱਚ ਇੱਕ 100 ਨੰਬਰ ਦਾ ਰਿਟਨ ਪੇਪਰ ਹੋਏਗਾ, ਜਿਹੜਾ ਕਿ ਹਰੇਕ ਕੈਟਾਗਰੀ ਵਾਈਜ਼ ਡਿਵਾਈਡ ਕੀਤਾ ਹੈ। ਉਹ ਕੈਟਾਗਰੀ ਵਾਈਜ਼ ਜਿਹੜੀ ਡਿਵੀਜ਼ਨ ਹੋਈ ਹੈ, ਉਹਨਾਂ ਨੇ ਕਿਸ ਨੂੰ ਦਿੱਤੀਆਂ ਪੋਸਟਾਂ ਦਿੱਤੀਆਂ, ਲੇਡੀਜ਼ ਦੀਆਂ ਕਿੰਨੀਆਂ, ਜਰਨਲ ਦੀਆਂ ਕਿੰਨੀਆਂ, SC BC ਫੌਜ ਕਾ ਕੈਟੇਗਰੀ ਮਤਲਬ ਫੌਜ ਜੋ ਹੈ ਇੱਦਾਂ ਦੀ ਕੈਟੇਗਰੀਆਂ, ਮਤਲਬ ਹਰੇਕ ਤੋਂ ਇੱਕ ਦਿੱਤੀਆਂ ਉਹਨਾਂ ਨੇ ਆਪਣੀਆਂ ਸੀਟਸ। ਉਹ ਸੀਟਸ ਦੀ ਆਪਾਂ ਅੱਗੇ ਗੱਲ ਕਰਾਂਗੇ। ਇਹਦੇ ਵਿੱਚ ਇੱਕ ਰਿਟਨ ਪੇਪਰ ਹੋਏਗਾ, ਜਿਹੜਾ ਰਿਟਨ ਪੇਪਰ ਹੋਏਗਾ ਉਹਦੇ ਆਧਾਰ 'ਤੇ ਮੈਰਿਟ ਬਣੇਗੀ। ਮੈਰਿਟ ਦੇ ਆਧਾਰ 'ਤੇ ਭਰਤੀ ਕੀਤੀ ਜਾਵੇਗੀ। ਉਸ ਤੋਂ ਬਾਅਦ ਜਿਵੇਂ ਇਹਦੀ ਯੋਗਤਾ ਕੀ ਹੋਏਗੀ, ਪਹਿਲੇ ਦਰਜੇ ਵਿੱਚ 5 ਅੰਕ ਮਿਲਣਗੇ, ਜਿਨ੍ਹਾਂ ਦੀ ਗ੍ਰੈਜੂਏਸ਼ਨ ਫਸਟ ਮਤਲਬ 60% ਨਾਲ ਕੀਤੀ ਉਹਨਾਂ ਨੂੰ 5 ਨੰਬਰ ਮਿਲਣਗੇ। ਜਿਨ੍ਹਾਂ ਦੇ ਸੈਕਿੰਡ ਦਰਜੇ 'ਤੇ ਹੈ, ਸੈਕਿੰਡ ਡਿਵੀਜ਼ਨ ਹੈ, ਉਹਨਾਂ ਨੂੰ 3 ਮਿਲਣਗੇ। ਜਿਹੜੇ ਤੀਜੇ ਦਰਜੇ ਤੇ ਉਹਨਾਂ ਨੂੰ 2 ਅੰਕ ਮਿਲਣਗੇ। ਇਹਨਾਂ ਨੇ ਆਪਣੀ ਜਿਹੜੀ ਇਹਦੀ ਡਿਵੀਜ਼ਨ ਹੈ ਉਹ ਆਪਣੇ ਅਕੋਰਡਿੰਗ ਸਾਰੀ ਸੈੱਟ ਕੀਤੀ ਹੋਈ ਹੈ ਕਿ ਕਿਹਨੂੰ ਕਿੰਨੇ ਮਾਰਕਸ ਦੇਣੇ ਹੈ। ਉਸ ਦੇ ਬਿਹਾਫ 'ਤੇ ਫਿਰ ਮੈਰਿਟ ਬਣੇਗੀ, ਫਿਰ ਉਹਦਾ ਅੱਗੇ ਮਤਲਬ ਮੈਰਿਟ ਬਣਨ ਤੋਂ ਬਾਅਦ ਰੱਖਿਆ ਜਾਏਗਾ ਕੈਂਡੀਡੇਟਸ ਨੂੰ। ਅਸਾਮੀਆਂ ਦਾ ਪੇ ਸਕੇਲ ਕੀ ਹੋਏਗਾ, ਪੰਜਾਬ ਸਰਕਾਰ ਸਕੂਲ ਵਿਭਾਗ ਵੱਲੋਂ ਨੋਟੀਫਿਕੇਸ਼ਨ ਨੰਬਰ ਮਿਤੀ 21/10/2020 ਦੇ ਅਨੁਸਾਰ ਇਸ ਦੀ ਪੇ ਸਕੇਲ 29,200 ਅਨੁਸਾਰ ਹੋਏਗਾ। ਅਤੇ ਇਹਦੇ ਵਿੱਚ ਜਿਹੜੀ ਉਮਰ ਦੀ ਸੀਮਾ ਹੈ ਉਹ ਹੈਗੀ ਹੈ 18 ਤੋਂ 37 ਸਾਲ। ਅਤੇ ਪੰਜਾਬ ਰਾਜ ਦੇ ਅਨੁਸੂਚਿਤ ਜਾਤੀਆਂ ਅਤੇ ਪਿਛੜੀ ਸ਼੍ਰੇਣੀ ਦੇ ਉਮੀਦਵਾਰਾਂ ਦੀ ਉੱਪਰਲੀ ਉਮਰ ਸੀਮਾ ਦੀ ਹੱਦ 5 ਸਾਲ ਦੀ ਛੋਟ ਹੋਵੇਗੀ। ਪੰਜਾਬ ਹੋਰ ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੀ ਉੱਪਰਲੀ ਸੀਮਾ ਦੀ ਹੱਦ 45 ਸਾਲ ਹੋਵੇਗੀ। ਪੰਜਾਬ ਰਾਜ ਦੀਆਂ ਵਿਧਵਾ ਅਤੇ ਤਲਾਕਸ਼ੁਦਾ ਔਰਤਾਂ ਦੀ ਉਮਰੀ ਸੀਮਾ 42 ਸਾਲ ਹੈ, ਮਤਲਬ ਕਿ ਜਿਹੜੀਆਂ ਲੇਡੀਜ਼ ਤਲਾਕ ਹੋਇਆ ਵਾ ਜਾਂ ਜਿਨ੍ਹਾਂ ਦੇ ਹਸਬੈਂਡ ਨਹੀਂ ਹੈ ਉਹਨਾਂ ਨੂੰ 42 ਸਾਲ ਦੀ ਛੂਟ ਦਿੱਤੀ ਹੈ ਸਰਕਾਰ ਨੇ। ਪੰਜਾਬ ਦੇ ਵਸਨੀਕ ਵਿਕਲਾਂਗ ਮਤਲਬ ਜਿਹੜੇ ਹੈਂਡੀਕੈਪਡ ਹੈ ਉਹਨਾਂ ਨੂੰ ਵੀ 10 ਸਾਲ ਦੀ ਉਮਰ ਦੀ ਛੋਟ ਦਿੱਤੀ ਗਈ ਹੈ ਜਾਵੇਗੀ। ਪੰਜਾਬ ਦੇ ਸਾਬਕਾ ਫੌਜੀਆਂ ਵੱਲੋਂ ਉਹਨਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਹਨਾਂ ਦੀ ਉਮਰ ਵਿੱਚ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਅਨੁਸਾਰ ਅਸਾਮੀਆਂ ਦੀ ਉੱਪਰੀ ਸੀਮਾ ਤੋਂ 3 ਸਾਲ ਵੱਧ ਹੋਵੇਗੀ ਤਾਂ ਉਹਨਾਂ ਦੀ ਉਮਰ ਸੀਮਾ ਦੀਆਂ ਸ਼ਰਤਾਂ ਨੂੰ ਸੰਤੁਸ਼ਟੀ ਦੇਣੀ ਪਵੇਗੀ। ਉਸ ਤੋਂ ਬਾਅਦ ਇਹਨਾਂ ਦੀ ਹੁਣ ਫੀਸ ਦਾ ਪ੍ਰੋਸੈਸ ਕੀ ਹੈ। ਜਰਨਲ ਅਤੇ ਹੋਰ ਕੈਟਾਗਰੀ ਦੇ ਜਿਹੜੇ ਉਮੀਦਵਾਰ ਹੈ, ਜਿਹੜੇ ਜਰਨਲ ਵਿੱਚ ਹੀ ਆ ਜਾਂਦੇ ਹੈ, ਉਹਨਾਂ ਦੀ 1000 ਰੁਪਈਆ। ਰਿਜ਼ਰਵ ਕੈਟਾਗਰੀ ਜਿਵੇਂ SC BC ਹੈ ਉਹਨਾਂ ਦੀ ਫੀਸ ਹੈਗੀ ਹੈ 500 ਰੁਪਈਆ। ਅਤੇ ਸਾਬਕਾ ਫੌਜੀਆਂ ਨੂੰ ਕੋਈ ਫੀਸ ਨਹੀਂ, ਜੇ ਉਹ ਖੁਦ ਨੇ ਅਤੇ ਉਹਨਾਂ ਦੀ ਕੋਈ ਫੀਸ ਨਹੀਂ ਹੈਗੀ। ਉਸ ਤੋਂ ਬਾਅਦ ਵਿੱਦਿਅਕ ਯੋਗਤਾ, ਇਹ ਅਸਾਮੀਆਂ ਦਾ ਪੰਜਾਬ ਐਲੀਮੈਂਟ ਐਜੂਕੇਸ਼ਨ, ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਆਪਣਾ ਕੀ ਕਹਿੰਦੇ ਹੈ ਟੈਟ ਹੈ ਉਹ ਕਲੀਅਰ ਹੋਣਾ ਚਾਹੀਦਾ, ਠੀਕ ਹੈ। ਜੇ ਅਗਰ ਟੈਟ ਕਲੀਅਰ ਹੈ, ETT ਹੈ ਬੰਦਾ, ਅਤੇ ਫਿਰ ਹੀ ਉਹ ਇਹ ਫੋਰਮ ਫਿਲ ਕਰ ਸਕਦਾ ਹੈ। ਸ਼ੁੱਡ ਹੈਵ ਪਾਸਡ +2 ਫਰੋਮ ਏ ਰੈਕੋਗਨਾਈਜ਼ਡ ਬੋਰਡ ਔਰ ਇੰਸਟੀਟਿਊਸ਼ਨ, ਮਤਲਬ ਜਿਹੜੇ ਬੰਦੇ ਨੇ ਜਿਹੜਾ ਕੈਂਡੀਡੇਟ ਫੋਰਮ ਫਿਲ ਕਰਨ ਜਾ ਰਿਹਾ ਉਹ ਉਸਦੀ +2 ਹੈ ਜਿਹੜੀ ਉਹ ਰਿਪਿਊਟਿਡ ਕਿਸੇ ਇੰਸਟੀਟਿਊਟ ਤੋਂ ਹੋਣੀ ਚਾਹੀਦੀ ਹੈ। ਰਿਪਿਊਟਿਡ ਬੋਰਡ ਜਿਵੇਂ PSCB CBSE ICSE ਰਿਪਿਊਟਿਡ ਬੋਰਡਸ ਹੈ, ਇਹਨਾਂ ਤੋਂ ਹੋਵੇ। ਅਤੇ ਮਤਲਬ ਕੋਈ ਰਿਪਿਊਟਿਡ ਉਹਦਾ ਕੋਈ ਰੈਕੋਗਨਾਈਜ਼ਡ ਹੋਵੇ, ਇੱਦਾਂ ਨਹੀਂ ਆਪਾਂ ਜਿੱਥੇ ਮਰਜ਼ੀ ਕਰ ਲਈਏ।
ਉਸ ਤੋਂ ਬਾਅਦ ਸਟੂਡੈਂਟ ਦੀ ਐਲੀਮੈਂਟਰੀ ਹੈ ਜਿਹੜੀ ਕੀਤੀ ਈਟੀਟੀ ਕੀਤੀ ਹੋਣੀ ਚਾਹੀਦੀ ਹੈ, 2 ਈਅਰ ਡਿਪਲੋਮਾ ਕੀਤਾ ਹੋਇਆ ਹੈ ਜਾਂ ਫਿਰ ਡੀਐਲਐਡ ਜਾਂ ਫਿਰ ਈਟੀਟੀ ਜਿਹੜੀ ਹੈ ਉਹ ਵੀ ਕਿਤੇ ਰਿਪਿਊਟਡ ਇੰਸਟੀਟਿਊਟ ਜਾਂ ਯੂਨੀਵਰਸਿਟੀ ਤੋਂ ਕੀਤੀ ਹੋਣੀ ਚਾਹੀਦੀ ਹੈ। ਇਹ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਸਟੂਡੈਂਟਸ ਦਾ ਟੈਟ 2009 ਅਨੁਸਾਰ ਰਾਈਟ ਟੂ ਐਜੂਕੇਸ਼ਨ ਐਕਟ 2009 ਦੇ ਅਕੋਰਡਿੰਗ ਪਾਸ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਹੁਣ ਆਪਾਂ ਦੇਖਾਂਗੇ ਕੈਟੇਗਰੀ ਵਾਈਜ਼ ਡਿਵੀਜ਼ਨ ਜਿਹੜੀ ਉਹਨਾਂ ਦੀ ਜਰਨਲ ਕੈਟੇਗਰੀ ਦੀਆਂ ਜਿਹੜੀਆਂ ਆਈਆਂ ਇਹਦੇ 'ਚ ਪੋਸਟਾਂ 2517, ਜਿਹਦੇ ਵਿੱਚੋਂ ਔਰਤਾਂ ਦੇ ਲਈ 704, ਹਾਂਜੀ 2517 ਹੈਗੀਆਂ ਜਰਨਲ ਕੈਟੇਗਰੀ ਨੂੰ, ਉਹਦੇ ਵਿੱਚੋਂ 704 ਹੈਗੀਆਂ ਲੇਡੀਜ਼ ਨੂੰ। ਅਨੁਸੂਚਿਤ ਜਾਤੀਆਂ ਨੂੰ 599, ਜਿਹਦੇ ਵਿੱਚ ਲੇਡੀਜ਼ ਦੀਆਂ ਹੈਗੀਆਂ 233। ਅਨੁਸੂਚਿਤ ਜਾਤੀ ਆਰ ਤੇ ਓ 599 ਅਤੇ ਜਿਹਦੇ ਵਿੱਚ ਲੇਡੀਜ਼ ਦੀਆਂ ਹੈਗੀਆਂ 233। ਅਨੁਸੂਚਿਤ ਜਾਤੀ ਸਾਬਤਾ ਫੌਜੀ ਇਹਨਾਂ ਦੀ 119 ਅਤੇ ਜਿਹਦੇ ਵਿੱਚ ਲੇਡੀਜ਼ ਦੀ ਕੋਈ ਨਹੀਂ ਹੈਗੀ। ਫਿਰ ਅਨੁਸੂਚਿਤ ਜਾਤੀ ਸਾਬਕਾ ਫੌਜੀ ਦੀਆਂ ਆਰ ਤੇ ਓ 113, ਲੇਡੀਜ਼ ਦੀ ਕੋਈ ਵੀ ਨਹੀਂ। ਅਨੁਸੂਚਿਤ ਜਾਤੀ ਖਿਡਾਰੀ ਹੈ, ਅਗਰ ਕੋਈ ਖਿਡਾਰੀ ਦੀਆਂ 23 ਹੈ, ਲੇਡੀਜ਼ ਵਾਸਤੇ ਕੁਛ ਵੀ ਨਹੀਂ ਇਹਦੇ 'ਚ ਹੈਗਾ। ਅਨੁਸੂਚਿਤ ਜਾਤੀ ਖਿਡਾਰੀਆਂ ਫਿਰ ਅਗਰ ਅਸਾਮੀਆਂ ਹੈਗੀਆਂ 23, ਲੇਡੀਜ਼ ਦੀ ਕੋਈ ਵੀ ਨਹੀਂ। ਪਿਛੜੀਆਂ ਜਾਤਰੀਆਂ ਪਿਛੜੀਆਂ ਸ਼੍ਰੇਣੀਆਂ ਜਿਵੇਂ ਉਹਨਾਂ ਵਿੱਚ 539, ਜਿਹਦੇ ਵਿੱਚੋਂ ਲੇਡੀਜ਼ ਦੀ ਹੈਗੀਆਂ 210। ਪਿਛੜੀ ਸ਼੍ਰੇਣੀ ਸਾਬਕਾ ਫੌਜੀ 119, ਲੇਡੀਜ਼ ਦੀ ਕੋਈ ਵੀ ਨਹੀਂ ਹੈਗੀ 0। ਖਿਡਾਰੀ ਦੀ ਜਰਨਲ ਖਿਡਾਰੀ ਦੀ 119, ਜਿਹਦੇ ਵਿੱਚੋਂ ਲੇਡੀਜ਼ ਦੀਆਂ ਹੈਗੀਆਂ 59। ਆਜ਼ਾਦੀ ਘੁਲਾਟੀਏ 53, ਜਿਹਦੇ ਵਿੱਚੋਂ ਲੇਡੀਜ਼ ਦੀਆਂ ਹੈਗੀਆਂ 27। ਸਾਬਕਾ ਫੌਜੀ 419, ਜਿਹਦੇ ਵਿੱਚੋਂ ਲੇਡੀਜ਼ ਦੀਆਂ ਹੈਗੀਆਂ 238। ਅੰਗਹੀਨ ਮਤਲਬ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ। ਔਰਥੋਪੈਡਿਕਲ ਡਿਸਏਬਲ 59, ਲੇਡੀਜ਼ ਦੀਆਂ 14। ਇੰਟੈਕਚੁਅਲ ਡਿਸੇਬਿਲਿਟੀ 53, ਲੇਡੀਜ਼ ਦੀਆਂ 13। ਔਟਿਜ਼ਮ ਐਂਡ 1% ਸਪੈਸੀਫਿਕ ਲਰਨਿੰਗ 53, ਲੇਡੀਜ਼ ਦੀਆਂ ਸੇਮ 13। ਡਿਸੇਬਿਲਿਟੀ ਐਂਡ ਮੈਂਟਲੀ ਇਲਨੈਸ 53, ਲੇਡੀਜ਼ ਦੀਆਂ ਫਿਰ 13। ਇਕਨੋਮਿਕਲੀ ਵੀਕਰ ਸੈਕਸ਼ਨ 539, ਲੇਡੀਜ਼ ਦੀਆਂ ਹੈਗੀਆਂ 162। ਅਤੇ ਇਕਨੋਮਿਕਲੀ ਵੀਕਰ ਇਹ ਜਰਨਲ ਕੈਟਾਗਰੀ 'ਚ ਆ ਗਏ ਜਿਹੜੇ 539 ਅਤੇ ਲੇਡੀਜ਼ ਦੀਆਂ 162। ਅਤੇ ਟੋਟਲ ਹੈਗੀਆਂ ਜਿਹੜੀਆਂ 5994 ਅਤੇ ਲੇਡੀਜ਼ ਦੀਆਂ ਹੈਗੀਆਂ 1919। ਅਗਰ ਤੁਹਾਨੂੰ ਹੋਰ ਇਨਫੋਰਮੇਸ਼ਨ ਤੁਸੀਂ ਇਸ ਰਿਗਾਰਡਿੰਗ ਕੋਈ ਲੈਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਥੈਂਕ ਯੂ।